ਕੀਤੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ ਔਰ ਕਰਨੀ ਚਾਹੀਦੀ ਹੈ, ਕਿਉਂਕਿ ਅਗਰ ਸਹੀ ਵਕਤ ਦੇ ਉੱਤੇ ਰੋਕਥਾਮ ਨਾ ਕੀਤੀ ਜਾਵੇ ਤਦ ਕਹਾਣੀ ਵਿਗੜਦੀ ਹੈ, ਹੋਰ ਜ਼ਿਆਦਾ ਖਰਾਬ ਹੁੰਦੀ ਹੈ। ਔਰ ਜਿੰਨੀ ਦੇਰ ਤੱਕ ਗੱਲ ਨਹੀਂ ਹੋਏਗੀ ਉਨੀ ਦੇਰ ਤੱਕ ਉਸ ਦੇ ਲਈ ਰੋਕਥਾਮ ਦੇ ਲਈ ਕੰਮ ਨਹੀਂ ਹੋਏਗਾ। ਗੱਲ ਕੈਂਪ ਵਾਰ ਤੇ ਕੈਂਪ ਵਾਰ ਵਰਗੇ ਲੋਕਾਂ ਦੀ ਹੈ। ਅੱਛਾ ਨਾ, ਜਿਹੜੇ ਰਿਐਲਟਰ ਨੇ ਨਾ, ਇੱਥੇ ਰਿਐਲਟਰ ਕਿਹਾ ਜਾਂਦਾ, ਸਾਡੇ ਪਿਛੋਕੜ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਦਲਾਲ ਹੁੰਦਾ ਸੀ। ਪ੍ਰੋਪਰਟੀ ਡੀਲਰ ਕਹਿਣ ਲੱਗ ਗਏ, ਫਿਰ ਰਿਐਲਟਰ ਹੋ ਗਏ, ਤੇ ਕਿਹਾ ਜਾਂਦਾ ਸੀ ਦਲਾਲ। ਦਲਾਲ ਨੂੰ ਆਪਣੀ ਦਲਾਲੀ ਤੱਕ ਮਤਲਬ ਹੈ। ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਕਹਿੰਦੇ ਨੇ ਵੀ ਹਾਂ ਲਾਗੀਆਂ ਨੂੰ ਸਿਰਫ ਆਪਣੇ ਲਾਗ ਨਾਲ ਪਿਆਰ ਹੈ, ਉਸ ਤੋਂ ਵੱਧ ਕੱਖ ਨਹੀਂ। ਇੱਥੇ ਕਾਇਦੇ ਕਾਨੂੰਨ ਦੇ ਅੰਤਰਗਤ ਰਹਿੰਦੇ ਹੋਏ ਰਿਐਲਟਰ ਜਿਹੜਾ ਪ੍ਰੋਫੈਸ਼ਨ ਹੈ ਉਸ ਨੂੰ ਬਿਹਤਰੀਨ ਬਣਾਈ ਰੱਖਣ ਦੇ ਲਈ ਐਜ਼ ਏ ਸਰਵਿਸ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਬਹਾਲ ਕੀਤਾ ਹੋਇਆ। ਪਰ ਕਹਿੰਦੇ ਨੇ ਵਾਦੜੀਆਂ ਸਜਾਦੜੀਆਂ ਨਿੱਬਰ ਸਿਣਾ ਦੇ ਨਾਲ ਆਦਤਾਂ ਕਿਤੇ ਜਾਂਦੀਆਂ ਨੇ। ਦਲਾਲੀ ਕਰਨ ਵਾਲਿਆਂ ਦੀਆਂ ਆਦਤਾਂ ਕਿਵੇਂ ਚਲੀਆਂ ਜਾਣਗੀਆਂ? ਸਰਵਿਸ ਪ੍ਰੋਵਾਈਡਰ ਦਲਾਲ ਨਹੀਂ ਬਣੇਗਾ। ਔਰ ਜਿਹੜਾ ਬੰਦੇ ਦੇ ਜ਼ਿਹਨ ਦੇ ਵਿੱਚ ਦਲਾਲੀ ਹੈ ਉਹਨੇ ਦਲਾਲ ਹੀ ਰਹਿਣਾ। ਸੁੱਖ ਨਾਲ ਸਰੀ ਦੇ ਜਿਹੜੇ ਨਵੇਂ ਬਣੇ ਰਿਐਲਟਰ ਨੇ ਕੈਂਪ ਵਾਰ ਵਰਗੇ ਕਤਾਈਆਂ ਕਰ ਕਰਕੇ ਸਸਪੈਂਡ ਹੁੰਦੇ ਆ, ਇਹ ਆਪਣੀ ਦਲਾਲੀ ਨੂੰ ਮੁੱਖ ਰੱਖ ਕੇ ਚੱਲਦੇ ਆ। ਬਜ਼ੁਰਗਾਂ ਦੀ ਕਹੀ ਹੋਈ ਗੱਲ ਕਹਿੰਦੇ ਅਖੇ ਬੰਦੇ ਦੀ ਜੇ ਸ਼ਕਲ ਚੱਜ ਦੀ ਨਾ ਹੋਵੇ ਤਾਂ ਅਕਲ ਤਾਂ ਚੱਜ ਦੀ ਹੋਵੇ, ਜਿਹਦੇ ਨਾਲ ਉਹ ਕਮਿਊਨਿਟੀ ਦਾ ਆਪਣੇ ਨਿੱਜ ਤੱਕ ਨਹੀਂ ਬਲਕਿ ਕਮਿਊਨਿਟੀ ਤੱਕ ਉਹ ਸਰਵਿਸਿਜ਼ ਨੇ ਜਿਹੜੀਆਂ ਨੇਕ ਨੀਤੀ ਦੇ ਨਾਲ ਕਰੇ। ਕਿਉਂਕਿ ਜਿਹੜਾ ਵਿਅਕਤੀ ਸਮਾਜ ਦਾ ਭਲਾ ਨਹੀਂ ਨਾ ਚਾਹੁੰਦਾ ਸ਼ੈਨਾ, ਉਹਦਾ ਆਪ ਦਾ ਕਦੇ ਭਲਾ ਨਹੀਂ ਹੁੰਦਾ। ਉਹ ਲੋਕ ਜਿਹੜੇ ਦੁਨੀਆ ਭਰ ਦੀ ਚੋਰੀ ਕਰਕੇ ਆਪਣੇ ਘਰ ਦੇ ਵਿੱਚ ਖਜ਼ਾਨੇ ਜਮ੍ਹਾਂ ਕਰਕੇ ਦਰਵਾਜ਼ੇ ਤਾਲੇ ਲਾ ਕੇ ਸੋਚਦੇ ਆ ਸੁਰੱਖਿਅਤ ਤਾਂ ਅਸੀਂ, ਸਭ ਤੋਂ ਬੜੇ ਭੁਲੇਖੇ ਦੇ ਵਿੱਚ ਜੀ ਰਹੇ ਹੁੰਦੇ ਨੇ, ਕਿਉਂਕਿ ਬਾਹਰ ਵਾਲਿਆਂ ਦੀ ਨਿਗਾਹ ਉਹਨਾਂ ਤੇ ਹੀ ਹੁੰਦੀ ਹੈ। ਔਰ ਜ਼ਿਆਦਾਤਰ ਉਹਨਾਂ ਨੂੰ ਆਪਣੇ ਜਿਹੜੇ ਡਰ ਨੇ ਉਹੀ ਲੁਕੋਈ ਰੱਖਦੇ ਨੇ, ਵਰਨਾ ਨੰਗ ਪੁੱਤ ਚੋਰਿਆ ਚ ਖੇਲੇ। ਜਿਹੜੇ ਵਿਅਕਤ ਦੇ ਜ਼ਹਿਨੀ ਤੌਰ ਦੇ ਉੱਤੇ ਕਿਸੇ ਤਰ੍ਹਾਂ ਦੀ ਚੋਰੀ, ਕਿਸੇ ਨਾਲ ਵਧੀਕੀ ਦਾ ਬੋਝ ਹੈ ਨਹੀਂ, ਉਹ ਨੰਗੇ ਧੜ ਚੱਲਦਾ। ਔਰ ਯਾਦ ਰਹੇ ਉਹਨਾਂ ਦਾ ਇਹੀ ਪਰਪੱਕਤਾ ਜਿਹੜੀ ਆ, ਇਹੋ ਜਿਹੇ ਕੱਚੇ ਕੈਂਪ ਵਰਗੇ ਲੋਕੀ ਜਿਹੜੇ ਦਲਾਲੀ ਕਰਦੇ ਆ ਇਸ ਮੁਲਕ ਦੇ ਵਿੱਚ, ਉਹਨਾਂ ਲਈ ਸਭ ਤੋਂ ਜ਼ਿਆਦਾ ਘਾਤਕ ਸਿੱਧ ਹੁੰਦੇ ਆ। ਤੁਸੀਂ ਮੈਨੂੰ ਇੱਕ ਸਵਾਲ ਕੀਤਾ ਸੀ ਆਫ ਏਅਰ, ਦੀਦੀ ਦਲਾਲ ਕਿਹਨੂੰ ਕਹਿੰਦੇ ਆ? ਦਲਾਲ ਕਿਹਨੂੰ ਕਹਿੰਦੇ ਨੇ? ਵੀ ਹਾਂ ਦਲਾਲ ਉਹਨੂੰ ਕਹਿੰਦੇ ਆ ਜਿਹੜਾ ਆਪਣਾ ਮਨਸੂਬਾ ਮੁੱਖ ਰੱਖਦਾ ਹੋਵੇ ਭਾਈ, ਉਹਦੇ ਲਈ ਸਿਰਫ ਔਰ ਸਿਰਫ ਆਪਣਾ ਨਿੱਜੀ ਮਫਾਦ ਆ ਜਿਹੜਾ ਉਹੀ ਮੁੱਖ ਹੈ, ਬਾਕੀ ਸਭ ਕੁਝ ਬੇਕਾਰ ਹੈ। 6ਵੇਂ ਫਲੋਰ ਦੇ ਗੇੜਿਆਂ ਦੀ ਪ੍ਰਚਾਰ ਹੈ ਜਿਹੜਾ ਮਨਸ਼ਾਹਿਤ ਕਿਸ ਲਈ ਹੱਥ ਕੀਤਾ ਗਿਆ ਸੀ ਆ ਪਿਛਲੇ ਦਿਨਾਂ 'ਚ ਪਤਾ ਚੱਲਿਆ ਮੈਨੂੰ। ਲਓ ਜੀ, ਕਹਿੰਦੇ ਇਹ ਤਾਂ ਭੈਣ ਜੀ ਕਹਿੰਦੇ ਥਾਣੇ ਦੇ ਮੂਹਰੇ ਜਿਹੜਾ ਹੈ ਨਾ ਖੋਖਾ ਹੁੰਦਾ, ਕਹਿੰਦੇ ਉਹਦੀ ਮਸ਼ਹੂਰੀ ਸੀ। ਹੁਣ ਪਤਾ ਲੱਗ ਗਿਆ ਵੀ ਖੋਖਾ ਹੈ ਕੈਂਪ ਵਾਰ ਦੇ ਹੇਠਾਂ, ਤੇ ਸਿਟੀ ਹਾਲ ਦੇ ਵਿੱਚ ਕੋਈ ਕੰਮ ਕਰਵਾਉਣਾ ਹੈ, ਇਹ ਦੱਸਿਆ ਜਾ ਰਿਹਾ ਸਾਨੂੰ। ਹਜੇ ਅਸੀਂ ਪੂਰੀ ਤਰ੍ਹਾਂ ਤਫਤੀਸ਼ ਕਰਨੀ ਹੈ ਕਿ ਸਿਟੀ ਹਾਲ ਦੇ ਵਿੱਚ ਕੋਈ ਵੀ ਗਲਤ ਕੰਮ ਕਰਾਉਣਾ ਹੈ ਤਾਂ ਕੈਂਪ ਵਾਰ ਨੂੰ ਪਹਿਲਾਂ ਚੜਾਵਾ ਚੜਾ ਕੇ ਆਓ, ਤੇ ਉਹ ਗਾਹਾਂ ਫਿਰ ਜਿਹੜੇ ਅੰਦਰ ਬੈਠੇ ਹੋਏ ਨੇ ਉਹਨਾਂ ਤੱਕ ਪਹੁੰਚਦਾ ਤਾਂ ਤੁਹਾਡਾ ਕੰਮ ਹੁੰਦਾ ਹੈ। ਬੁੱਲੇ ਕਿਆ ਤਰੱਕੀਆਂ ਨੇ। ਆ ਨਵੀਂ ਸਾਡੀ ਸ਼ਹਿਰ ਦੀ ਜਿਹੜੀ ਸਰਕਾਰ ਹੈ, ਕੀ ਉਹਨਾਂ ਦਾ ਇਹ ਵਪਾਰ ਹੈ ਕਿ ਉਹਨਾਂ ਨੂੰ ਪਤਾ ਵੀ ਹੈ ਵੀ ਤੁਹਾਡੇ ਨਾਂ ਦੇ ਉੱਤੇ ਬਾਹਰ ਦਲਾਲਾਂ ਦੀਆਂ ਏਜੰਸੀਆਂ ਖੁੱਲੀਆਂ ਹੋਈਆਂ ਨੇ, ਔਰ ਉਹਦੇ ਵਿੱਚ ਤੁਹਾਡਾ ਕਿੰਨੇ ਪੱਤੀ ਹੈ, ਤੁਹਾਡਾ ਕਿੰਨਾ ਹਿੱਸਾ ਹੈ, ਜਾਂ ਕਿ ਤੁਹਾਨੂੰ ਨਹੀਂ ਪਤਾ ਸਿਰਫ ਔਰ ਸਿਰਫ ਤੁਹਾਡੇ ਨਾਂ ਦੇ ਉੱਤੇ ਇਹੋ ਜਿਹੇ ਦਲਾਲ ਖੁਦ ਹੀ ਆਪਣੀ ਜਿਹੜੀ ਦੁਕਾਨਦਾਰੀ ਆ ਉਹ ਚਲਾ ਰਹੇ ਨੇ। ਇਹ ਤਾਂ ਨਹੀਂ ਮੈਂ ਕਹਿੰਦੀ ਕਿ ਜਿਹੜੇ ਸਿਟੀ ਹਾਲ ਦੇ ਵਿੱਚ ਬੈਠੇ ਹੋਏ ਕਾਉਂਸਲਰ ਨੇ ਸਾਡੇ ਜਾਂ ਮੇਅਰ ਆ ਉਹਨਾਂ ਨੂੰ ਨਹੀਂ ਪਤਾ, ਜਿਨ੍ਹਾਂ ਨੂੰ ਸਾਡੇ ਭਾਈਚਾਰੇ ਦੀਆਂ ਨੀਤਾਂ ਨਹੀਂ ਪਤਾ। ਮੈਂ ਮੰਨਦੀ ਹਾਂ ਮੇਅਰ ਨੂੰ ਨਹੀਂ ਪਤਾ ਹੋਣਾ, ਪਰ ਮੇਅਰ ਦੇ ਆਲੇ ਦੁਆਲੇ ਤਾਂ ਇਹ ਸਾਰੀਆਂ ਨੀਤਾਂ ਦੱਸਣ ਵਾਲੇ ਹੈਗੇ। ਮਿਹਰਬਾਨੀ करके बीबी ਨੂੰ खबरदार करो। वैसे दीदी बात ये भी है सोचने वाली कि म्युनिसिपल इलेक्शन में सारे के सारे मीडिया के फोकस सरी पर क्यों था, चाहे वो अपने मीडिया हो चाहे वो मेन स्ट्रीट मीडिया हो।
हर किसी ने सरी पर ज़्यादा फोकस किया हुआ था, सरी पर ज़्यादा इंटरेस्ट थी, जिस तरह से लोगों को सरी का इलेक्शन लड़ने के लिए ज़्यादा इंटरेस्ट था। जी व्हाट वाज द रीज़न फॉर इट कि सारे के सारे मीडिया सरी पर ही अपने जो फोकस है वो रखे हुए थे। सरी में ऐसा है क्या कि लोगों ने सबको छोड़कर सरी के पीछे दौड़ लगाए, भाग लगाए, चाहे वो मीडिया थे, चाहे वो आम लोग थे। रहते थे बर्नबी में, लेकिन उनको बर्नबी में नहीं ज़्यादा इंटरेस्ट था कि कौन मेयर बनता है, कौन काउंसलर बनता है। उनको सरी पर ज़्यादा इंटरेस्ट था कि कौन बनेगा मेयर, कौन काउंसलर होगा। चाहे वो न्यू वेस्ट रहते थे, रिचमंड रहते थे, वैंकूवर रहते थे, हर किसी का एकदम से इंटरेस्ट सरी की तरफ क्यों हुआ? आजकल देखा जाता है बड़े बड़े जो बिल्डर्स हैं, चाहे वो टोरंटो से है, वैंकूवर से है, वो सारे आजकल सरी में बिल्ड कर रहे हैं। ऑल ऑफ अ सडन इन सभी को बड़े बड़े बिल्डर्स वैंकूवर से आकर सरी में बिल्डिंग कर रहे हैं, टोरंटो से आकर यहाँ पर बिल्ड कर रहे हैं। एकदम से ये इंटरेस्ट कैसे पैदा हो गया? मुझे कल किसी ने ये भी बताया कि टोरंटो का कोई बंदा है, वो कहते सरी में क्या बनाना है बता दो, मैं तेरा सारा कुछ कर देता, मेरा कंसल्टिंग फी इतना है। क्या बात। टोरंटो का बंदा। सो आई एम जस्ट वंडरिंग कि हमारे शहर में ऐसा क्या है कि एकदम से सारों का इंटरेस्ट हमारे शहर के अंदर, चाहे वो वैंकूवर का डेवलपर हो, रिचमंड का हो, बर्नबी का हो, न्यू वेस्टमिंस्टर का हो या टोरंटो का हो, वो सारे एकदम से सब कुछ छोड़ छाड़ के सरी में इन्वेस्टमेंट बिल्डिंग करना शुरू कर दिए। सरी सिटी सेंटर में ऐसा क्या है, या सरी एज अ होल ऐसा क्या है कि लोगों का एकदम से इंटरेस्ट इधर आ गया? दागी रियल्टर, सस्पेंडेड रियल्टर जो डेल्टा में रहते हैं, उसका इंटरेस्ट आ गया जी सरी का मैं काउंसलर बनना है। पता नहीं सरी के काउंसलर सही नहीं थे कि डेल्टा से आकर जी मैं काउंसलर बनना है, मैं सब कुछ ठीक करना सरी में। इसीलिए 6th फ्लोर का सीधा पौड़ियां भी नहीं, एलिवेटर लेके सीधा ब्रेंडा लॉक के ऑफिस में जाता हूं मैं ये करता हूं, मैं वो करता हूं। फंड रेजिंग के टिकट्स मेयर की सेल हो रही है। ये दागी रियल्टर कर क्या रहा है? व्हाट इज इट ट्राइंग टू डू? मेयर की फंड रेजिंग टिकट सेल कर रहा है, लोगों को दावा कर रहा है कि मैं उत्थे जाके कॉफी पींदा, लंच करदा, डिनर करदा, ते नाल सारे ये कह रहे कि डेल्टा का ये बंदा हमारे शहर सरी में क्यों इतना ज्यादा इंटरेस्ट ले रहा है। मुझे तो ये भी पता चला, कहते कि बहुत सारे जो प्रोजेक्ट्स मेयर ने आउट किया था सिटी फोल्डर में से और समथिंग, कहते उसमें भी इसका हाथ था, ये दागी रियल्टर का हाथ था। ये सस्पेंडेड दागी रियल्टर इन सारे प्रॉपर्टीज के बारे में बात कर रहे हैं, एकदम से इसके इंटरेस्ट सरी सिटी में क्यों? क्या हमारे शहर ऐसे दागी सस्पेंडेड रियल्टर्स से चलेंगे? आई वॉन्ट टू नो कि हमारे शहर को इतना ज्यादा इंटरेस्ट ले रहा है ये सस्पेंडेड दागी रियल्टर किस काम के लिए, किस वजह के लिए? क्या ये सारी बातें सही है? ये बातें सही है कि हमारे शहर के बड़े बड़े दलाल बन चुके हैं, दलाली करना शुरू कर दिए? क्या ये सही है जो हम सोर्सेस से सुन रहे हैं कि कैंप पवार इज नंबर 1 इन द लाइन? ऐसे लोगों को हमारे शहर में आकर, हमारे शहर में ये सारी बातें कर कर क्या मिलता है, क्या फायदा है? डू यू गाइज वांट के इस तरह के लोग हमारे शहर में घुसे और इस तरह से लोग हमारे शहर में घुस के हमारे शहर को बर्बाद करें? वाई ऑल ऑफ अ सडन? क्यों नहीं वो डेल्टा में जाता है, डेल्टा में जाकर क्यों नहीं काम करता है, डेल्टा सिटी काउंसिल के अंदर क्यों नहीं घुसता? मुझे नहीं पता डेल्टा के मेयर का जो ऑफिस है वो केड़े फ्लोर च है, उत्थे क्यों नहीं जाता? वाई डजंट ही गो देयर? रहता डेल्टा में है और हमारी शहर के ऊपर इतना ज्यादा हुकूमत करना शुरू कर दिए। डज ब्रेंडा लॉक नो अबाउट दिस? ਤੁਸੀਂ ਇੱਕ ਦੋ ਸਵਾਲ ਉਠਾਏ ਆ। हाँ जी।
ਦਲਾਲ ਦੀ ਦਲਾਲੀ ਦੀ ਦੁਕਾਨ ਹੈ, ਜਿਹੜਾ ਉਹਦਾ ਪ੍ਰਚਾਰ ਰੱਜ ਕੇ ਹੋ ਰਿਹਾ ਹੈ, ਇਸ ਤੇ ਤਫਤੀਸ਼ ਸਾਡੇ ਵੱਲੋਂ ਵੀ ਦੱਬ ਕੇ ਹੋ ਰਹੀ ਹੈ। ਦੇਖਣਾ ਹੈ ਇਹ ਦਲਾਲੀ ਦੀ ਦੁਕਾਨ ਕਿੱਥੇ ਕੁ ਤੱਕ ਸਰਗਰਮ ਹੈ, ਔਰ ਇਹਦੇ ਵਿੱਚ ਕਿਹੜੇ ਕਿਹੜੇ ਹੋਰ ਰਿਐਲਟਰ ਵੀ ਸ਼ਾਮਲ ਹੈ, ਕਿਹੜੇ ਕਿਹੜੇ ਹੋਰ ਲੋਕ ਨੇ ਜਿਹੜੇ ਸ਼ਾਮਲ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰੀ ਦੇ ਪੱਖ ਦੇ ਵਿੱਚ ਭੁਗਤਣ ਵਾਲਾ ਜਿਹੜਾ ਮੇਅਰ ਆ, ਸਾਬਕਾ ਮੇਅਰ ਡੱਗ ਮੁਕੱਲਮ, ਸਾਰਿਆਂ ਦੇ ਚੁੱਭਦਾ ਸੀ। ਉਹੀ ਇੱਕ ਮੇਅਰ ਸੀ ਜਿਹੜਾ ਇੰਨੇ ਸਾਲਾਂ ਤੋਂ ਆ ਤੁਹਾਡੀ ਸਕਾਈ ਟ੍ਰੇਨ ਦੀ ਰੁਕੀ ਹੋਈ ਜਿਹੜੀ ਲਾਈਨ ਆ ਉਹਨੂੰ ਅਗਾਂਹ ਚਲਾਉਣ ਦੇ ਵਿੱਚ ਕਾਮਯਾਬ ਹੋ ਗਿਆ, ਸ਼ਹਿਰ ਨੂੰ ਨਵੀਂ ਪੁਲਿਸ ਦੇ ਗਿਆ, ਔਰ ਬਾਕੀ ਸ਼ਹਿਰ ਦੇ ਹੋਰ ਅਕੀਦੇ ਨੇ ਜਿਹੜੇ ਉਹਨਾਂ ਨੂੰ ਪ੍ਰਮੁੱਖਤਾ ਦੇ ਤੌਰ ਦੇ ਉੱਤੇ ਕੰਮ ਕਰਨ ਦੇ ਵਿੱਚ ਕਾਮਯਾਬ ਹੋਇਆ। ਯਾਦ ਰਹੇ ਖੇਤਰੀ ਇਲਾਕੇ ਦੇ ਜਿਹੜੇ ਹੋਰ ਮੇਅਰ ਨੇ, ਹੋਰ ਮਿਊਨਿਸਪੈਲਿਟੀਆਂ ਨੂੰ ਸਾਰੀਆਂ ਦੇ ਅੱਖਾਂ ਦੇ ਵਿੱਚੋਂ ਚੁੱਭਦਾ ਸੀ। ਹੁਣ ਤੱਕ ਸਾਰੀ ਦੀ ਸਾਰੀ ਫੈਡਰਲ ਜਾਂ ਸੂਬੇ ਦੀ ਫੰਡਿੰਗ ਜ਼ਿਆਦਾਤਰ ਸਰੀ ਤੋਂ ਬਗੈਰ ਬਾਕੀ ਸਾਰੇ ਖੇਤਰੀ ਇਲਾਕੇ ਨੂੰ ਜਾਂਦੀ ਸੀ। ਕਿ ਬਾਹਰੀ ਇਲਾਕੇ ਦੀ ਇੰਨੇ ਜ਼ਿਆਦਾ ਬਾਹਰਲੇ ਲੋਕਾਂ ਦਾ ਜਿਹੜਾ ਦਖਲ ਅੰਦਾਜ਼ੀ ਆਸ਼ਿਆਨਾ, ਉਹ ਸਰੀ ਦੀ ਉન્નਤੀ ਦੇ ਵਿੱਚ ਇੱਕ ਰੁਕਾਵਟ, ਜਿਹੜੀ ਲੋਕ ਪੱਖੀ ਉન્નਤੀ ਹੋ ਰਹੀ ਸੀ ਉਹਦੇ ਵਿੱਚ ਰੁਕਾਵਟ ਫਾਨਾ ਸਿੱਟਣ ਦੀ ਮਨਸ਼ਾਇਤ ਕੀਤੀ ਗਈ ਸੀ। ਤੇ ਨਾਲ ਦੀ ਨਾਲ ਇਹੋ ਜਿਹੇ ਜਿਹੜੇ ਦਲਾਲ ਨੇ ਉਹਨਾਂ ਨੇ ਆਪਣੇ ਆਪ ਦੀ ਨਿੱਜੀ ਵਰਥ ਤੇ ਆਪਣੇ ਆਪ ਨੂੰ ਅਮੀਰ ਬਣਾਉਣ ਦਾ ਇਹ ਮੌਕਾ ਦੀ ਤਲਾਸ਼ ਦੇ ਵਿੱਚ ਸਨ, ਔਰ ਦੇ ਆਲ ਜੰਪ ਇਨਟੂ इट। वैसे दीदी सवाल ये भी बहुत ज़बरदस्त है कि बाहर इलाकों के डेवलपर्स आकर हमारे शहर में इन्वेस्टमेंट क्यों करना चाहते हैं, हमारे शहर में बिल्डिंग क्यों करना चाहते हैं, उनको क्या मुफाद है, क्या हमारे शहर में हमारे सरी के लोग क्या इन्वेस्टमेंट नहीं करना चाहते, हमारे सरी के लोग क्या यहाँ पर बिल्डिंग्स नहीं बनाना चाहते। बाहर से टोरंटो से कई आजकल जो डेवलपर्स है यहाँ पर आकर शुरू कर दिए काम करना, हमारे वैंकूवर से, बर्नबी से people have started doing things here। लेकिन हमारे सरी के लोग क्या नहीं है। डेल्टा के दागी रियल्टर, सस्पेंडेड रियल्टर कहते हैं कि सरी में कुछ भी करवाना हो वो मैं करा सकता हूँ, बस ऐसे 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 करना पड़ेगा आपको, इधर इधर ऐसे ऐसे जाके इस तरह करना है, यहाँ करना वो करना। दिस इज एग्जैक्टली पीपल आर सेइंग। सोर्सेज ने मुझे पिछले दिनों इस दागी रियल्टर के बारे में इतना कुछ बताया ना कि मैं सोच रही हूँ कि ये दागी रियल्टर, सस्पेंडेड रियल्टर 2020 म्युनिसिपल इलेक्शन के दरमियान दावा कर रहा था 1 लाख वोट है मेरे पास, उनमें से सिर्फ लेस देन 4,000 आए वोट करने के लिए। जो 96,000 थे वो पता नहीं किधर चले गए, ऐसे ऐसे चले गए होंगे, इधर चले गए होंगे, वेकेशन पे चले गए होंगे, इधर चले गए होंगे। This is probably what he's telling people। लेकिन दागी रियल्टर डेल्टा में रहकर हमारे सरी सिटी हॉल में इंटरफियरेंस कर रहा है और हमारे सरी सिटी के इलेक्शन में इंटरफियरेंस कर रहा है, ये वी आर नॉट गोना लेट दैट हैपन। नहीं होगा, चाहे कोई भी हो, चाहे तुम्हारे संबंध मेयर के साथ है या मेयर के असिस्टेंट के साथ है या किसी के भी साथ है, ये करप्शन हम करने नहीं देंगे। दिस करप्शन इज नॉट गोना हैपन। सोर्सेस के मुताबिक पता चला है कि लैंगली में कई सब डिविजन वगैरह करा रहे दीदी। अच्छा, हो सकता है लैंगली के अंदर भी घुसकर यही सब कुछ काम हो रहा है, जिसके बारे में आई एम गोना फाइंड आउट। सरी छोड़ के आजकल लैंगली में बड़े इंटरेस्ट ले रहे हैं। कहते हैं कि मेयर के दफ्तर से भी कुछ लोग हैं जो बड़े इंटरेस्ट लैंगली में प्रॉपर्टीज में ले रहे हैं और सब डिविजन वगैरह करा रहे हैं। यहाँ से छलांग लगा के दूसरे तरफ चले गए लैंगली की तरफ। लेकिन सरी में जो ये बातें हो रही है, सरी में जो काम हो रहा है, इसको हम बिल्कुल नज़रअंदाज नहीं करेंगे। वी गोना लुक एट इट, वी गोना लेट ऑल द काउंसलर्स नो अबाउट दिस एंड वी गोना टेल द मेयर एज वेल कि ये सब कुछ तुम्हारे ऑफिस में होते हुए हो रहा है। और यही सब कुछ ब्रेंडा लॉक पिछले जो डग मक्कलम से पिछले जो मेयर और काउंसिल टीम थे उनको अपोज करती थी। क्या ब्रेंडा लॉक अब ये जानकर खामोश रहेगी कि उसके मेयर के चेयर पर बैठते हुए आज ये सब कुछ हो रहा है, जबकि वो बिल्कुल खिलाफ थी जब लिंडर हैपनर और डायना वाट्स मेयर के सीट में बैठते थे और ऐसी बातें होती थी। शी यूज्ड टू गो एंड अपोज दैट एट द काउंसिल मीटिंग्स। और आज ब्रेंडा लॉक उस चेयर पर बैठी है और दागी सस्पेंडेड रियल्टर का यह दावा कि मैं सीधा कनेक्शन रखता हूं 6th फ्लोर पर, वो बर्दाश्त करेगी इस बातों को? दिस इज व्हाट आई वुड वांट टू नो। वापस आते हैं जी कुछ व्यापारिक संदेशों के बाद।
ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604 593 1110 ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ ਪੀਜ਼ਾ ਐਂਡ ਕਰੀ ਹਾਊਸ 6045931110। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ, ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचण दा मन बनाया या घर खरीदना चाहते हो, सही ते भरोसेयोग सलाह दे लई कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604 767 9992 604 767 9992 ਕੁਲਜੀਤ ਕੌਰ। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209 7928 128 ਸਟਰੀਟ 604 597 1119 ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤੋਂ ਬਿਨਾ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी गोट कढ़ाई, निहारी चिकन कढ़ाई, बारबेक्यू बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000 ਯੂਨਿਟ ਨੰਬਰ 403 83 18 120 ਸਟਰੀਟ ਸਰੀ ਜਾਂ ਵਿਜ਼ਿਟ ਕਰੋ www.newworldcanada.ca। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ। ਟੇਸਟ ਆਫ ਲਾਹੌਰ, ਟਾਕ ਆਫ ਦਾ ਟਾਊਨ, ਟੇਸਟ ਆਫ ਲਾਹੌਰ ਤੇ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨ ਦੇ ਲਈ 96 ਤੇ 120 ਦੇ ਕੋਨੇ ਦੇ ਉੱਤੇ ਪੈਂਦੇ 96 ਐਵਨਿਊ ਐਂਡ 120th ਸਟਰੀਟ ਸਕਾਟ ਰੋਡ ਦੇ ਬਿਲਕੁਲ ਕੋਨੇ ਤੇ ਪੈਂਦੇ ਵੱਡੇ ਪਲਾਜ਼ੇ 'ਚ ਖਾਣੇ ਆਰਡਰ ਕਰੋ ਜਾਂ ਜਾ ਕੇ ਖਾਣੇ ਦਾ ਆਨੰਦ ਮਾਣੋ। 200 ਬੰਦੇ ਦੀ ਕਪੈਸਿਟੀ ਦਾ ਹਾਲ ਵੀ ਹੈ। 604-498-6555 ਤੇ ਕਾਲ ਕਰ ਸਕਦੇ ਹੋ। ਵੀਕਐਂਡ ਬਫੇ 11 ਤੋਂ ਲੈ ਕੇ 3 ਦੇ ਦੌਰਾਨ ਹੁੰਦਾ ਹੈ। ਬਲੈਕ ਐਂਡ ਵਾਈਟ ਆਟੋ ਬਡੀ ਵਾਲੇ ਪ੍ਰੋਗਰਾਮ ਦੇ ਸਪਾਂਸਰ ਨੇ। ਐਕਸੀਡੈਂਟ ਹੋਣ ਦੇ ਕਾਰਨ ਤੁਹਾਡੀ ਗੱਡੀ ਟੁੱਟ ਭੱਜ ਗਈ ਹੈ, ਟੁੱਟੀ ਭੱਜੀ ਗੱਡੀ ਨੂੰ ਨਵੀਂ ਨਮਕੋਰ ਬਣਾ ਕੇ ਦੇਣਗੇ ਬਲੈਕ ਐਂਡ ਵਾਈਟ ਆਟੋ ਬਡੀ ਵਾਲੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਕੰਮ ਲਾ ਜਵਾਬ ਕਰਦੇ ਨੇ, ਪ੍ਰੋਫੈਸ਼ਨਲ ਨੇ, ਪੂਰੇ ਪਰਫੈਕਟ ਕਲਰ ਮੈਚਿੰਗ ਕਰਨ ਦੇ ਵਿੱਚ ਮਾਹਰ। ਬਲੈਕ ਐਂਡ ਵਾਈਟ ਆਟੋ ਬਡੀ ਵਾਲਿਆਂ ਦਾ ਕਹਿਣਾ ਕਿ ਤੁਹਾਡਾ ਕਲੇਮ ਪ੍ਰਾਈਵੇਟ ਹੈ ਜਾਂ ICBC ਦੇ ਅੰਤਰਗਤ ਆਪਣੀ ਟੁੱਟੀ ਭੱਜੀ ਗੱਡੀ ਨੂੰ ਨਵੀਂ ਨਕੋਰ ਬਣਾਉਣਾ ਹੈ ਤਾਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪੁਸ਼ਪਿੰਦਰ ਗੁਰਮ ਨੂੰ ਇੱਕ ਵਾਰੀ ਜ਼ਰੂਰ ਕਰੋ ਕਾਲ 6045030988। ਪਤਾ ਹੈ ਯੂਨਿਟ ਨੰਬਰ 16B 7823 132 ਸਟਰੀਟ। ਘਰ ਨਵਾਂ ਬਣਾਇਆ ਜਾਂ ਰੈਨੋਵੇਟ ਕਰ ਰਹੇ ਹੋ ਤਾਂ ਬਲਾਈਂਡਸ ਦੇ ਲਈ ਗ੍ਰੇਟ ਬਲਾਈਂਡਸ ਦੇ ਸ਼ੋਰੂਮ ਦੇ ਵਿੱਚ ਜ਼ਰੂਰ ਜਾਣਾ। ਲੋਅਰ ਮੇਨਲੈਂਡ ਦੇ ਵਿੱਚ ਸਿਰਫ ਇਹਨਾਂ ਦਾ ਇਕਲੌਤਾ ਸ਼ੋਰੂਮ ਤੇ ਇਕਲੌਤਾ ਹੀ ਟੈਲੀਫੋਨ ਨੰਬਰ ਹੈ। ਮਾਡਰਨ ਡਿਜ਼ਾਈਨ ਦੇ ਬਲਾਈਂਡਸ ਬਣਾਉਣ ਦੇ ਵਿੱਚ ਮਾਹਰ ਨੇ, ਖੁਦ ਮੈਨੂਫੈਕਚਰਰ ਨੇ ਲੋਕਲ, ਇਸ ਕਰਕੇ ਆਲਾ ਦਰਜੇ ਦੇ
ਮਾਡਰਨ ਡਿਜ਼ਾਈਨ ਦੇ ਬਲਾਈਂਡਸ ਦੀ ਕਲੈਕਸ਼ਨ ਭਾਰੀ ਹੈ। ਸ਼ੋਰੂਮ ਦਾ ਪਤਾ ਯੂਨਿਟ ਨੰਬਰ 14134778 8th ਐਵਨਿਊ, ਟੈਲੀਫੋਨ ਨੰਬਰ 6045037007 ਹੈ। ਔਰ ਬਾਕੀ ਗ੍ਰੇਟ ਬਲਾਈਂਡਸ ਦਾ ਅਮਰੀਕਾ ਵਾਲਿਆਂ ਲਈ ਅਮਰੀਕਾ 'ਚ ਸ਼ੋਰੂਮ ਦਾ ਪਤਾ 3705 ਅਵੋਰਨ ਵੇ, ਅਵੋਰਨ, ਵਾਸ਼ਿੰਗਟਨ ਸਟੇਟ 2533217007 ਤੇ ਕਰ ਸਕਦੇ ਹੋ ਕਾਲ। info@greatblindscanada.com ਦੇ ਉੱਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ। ਇੰਸ਼ੋਰੈਂਸ ਆਪਣੀ ਲੋੜ ਮੁਤਾਬਕ ਢੁਕਵੀਂ ਇੰਸ਼ੋਰੈਂਸ ਦੀ ਪਛਾਣ ਕਰਨੀ ਹੈ, ਚੋਣ ਕਰਨੀ ਹੈ ਤਾਂ ਉਸ ਦੇ ਲਈ ਪਲਾਨ ਇੰਸ਼ੋਰੈਂਸ ਹੈ ਅਮਰਿੰਦਰ ਸਿੰਘ ਨੱਡਾ ਨੂੰ 604 363 2200 ਦੇ ਉੱਤੇ ਕਰੋ ਕਾਲ। ਲਾਈਫ ਟਰਮ, ਸੁਪਰ ਵੀਜ਼ਾ, ਟਰੈਵਲ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਪਲਾਨ ਕਰਨ ਦੇ ਵਿੱਚ ਤੁਹਾਡੀਆਂ ਲੋੜਾਂ ਮੁਤਾਬਕ ਇੰਸ਼ੋਰੈਂਸ ਪਲਾਨ ਕਰਨ ਦੇ ਵਿੱਚ ਮਦਦ ਕਰਨਗੇ। ਪਲਾਨ ਇੰਸ਼ੋਰੈਂਸ ਹੈ ਅਮਰਿੰਦਰ ਸਿੰਘ ਨੱਡਾ 6043632200 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਕਰੋ planinsurance.ca ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਔਰ ਮੀਡੀਆ ਵੇਵ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਨੁਕਤਾ ਨਜ਼ਰ ਹੈ ਖਾਸ ਤੌਰ 'ਤੇ ਸਿਟੀ ਆਫ ਸਰੀ ਸਿਟੀ ਹਾਲ ਦੇ ਵਿੱਚ ਜਿਸ ਪ੍ਰਕਾਰ ਦੀਆਂ ਸਾਡੇ ਪਾਸ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ, ਸੁਭਾਵਕ ਹੈ, ਸਾਡਾ ਫਰਜ਼ ਬਣਦਾ ਔਰ ਅਸੀਂ ਇਸ ਖੇਤਰ ਦੇ ਵਿੱਚ ਕਤਾਈ ਨਹੀਂ ਕਰਾਂਗੇ, ਪਰ ਤੁਹਾਡੇ ਤੱਕ ਜ਼ਰੂਰ ਇਸ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਕਿ ਪਤਾ ਇਹ ਲੱਗ ਰਿਹਾ ਪਿਛਲੇ ਕੁਝ ਦਿਨਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਖਬਰਾਂ ਪਹੁੰਚ ਰਹੀਆਂ ਨੇ ਕਿ ਸਿਟੀ ਹਾਲ ਦੇ ਵਿੱਚ ਦਲਾਲਾਂ ਦੀ ਬੜੀ ਭਰਮਾਰ ਹੋ ਗਈ ਹੈ। ਮੈਨੂੰ ਪੁੱਛਿਆ ਵੀ ਕਿਹੜੇ ਦਲਾਲ ਜੀ? ਕਹਿੰਦੇ ਹੁਣ ਤਾਂ ਨਵੇਂ ਚੇਲੇ ਚਾਪਟੇ ਨੇ। ਕਹਿੰਦੇ ਹੁਣ ਸੰਧੀਆਂ ਜਿਹੜੀਆਂ ਸੇ 1.5 ਸਾਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਜਿਹੜੀਆਂ ਸੰਧੀਆਂ ਬਹਾਲ ਹੋਈਆਂ ਸੀ ਉਹਨਾਂ ਦੇ ਪਰਦੇ ਪਾਸ਼ ਹੋਣੇ ਸ਼ੁਰੂ ਹੋ ਗਏ ਨੇ। ਰੀਜ਼ਨ ਕਹਿੰਦੇ ਸਿਟੀ ਆਫ ਸਰੀ ਦੇ ਵਿੱਚ ਨਾਲ ਜੋ ਉਹਨਾਂ ਦੇ ਵੱਲੋਂ ਕਹੀਆਂ ਗੱਲਾਂ ਦੇ ਉੱਤੇ ਕਨਕਲੂਜਨ ਨਿਕਲਦਾ ਕਿ ਸਿਟੀ ਆਫ ਸਰੀ ਦੀ ਕਾਰਗੁਜ਼ਾਰੀ ਦੇ ਵਿੱਚ ਕਰਪਸ਼ਨ ਦਾ ਇਸ ਤਰ੍ਹਾਂ ਦਾ ਜਾਲ ਫੈਲਿਆ ਹੋਇਆ ਕਿ ਕੈਂਪ ਵਾਰ ਵਰਗਿਆਂ ਨੇ ਆਪਣੀ ਦਲਾਲੀ ਦਾ ਚਾਹ ਵਾਲਾ ਖੋਖਾ ਜਿਹੜਾ ਸਿਟੀ ਹਾਲ ਦੇ ਸਾਹਮਣੇ ਖੋਲ੍ਹ ਦਿੱਤਾ। ਇਹ ਦਾਅਵੇਦਾਰੀਆਂ ਨੇ, ਤਫਤੀਸ਼ ਜਾਰੀ ਹੈ ਔਰ ਜੜ ਤੱਕ ਜਾਵਾਂਗੇ। ਕੋਈ ਵੀ ਵਿਅਕਤੀ ਪੈਸੇ ਔਰ ਲਾਲਚ ਦੀ ਮਨਸ਼ਾਹਿਤ ਅਗਰ ਉਸ ਨੂੰ ਰੀਅਲ ਅਸਟੇਟ ਬੋਰਡ ਸਸਪੈਂਡ ਕਰ ਸਕਦਾ ਹੈ, ਸੁਭਾਵਕ ਹੈ ਕੋਡ ਆਫ ਕੰਡਕਟ, ਕੋਡ ਆਫ ਐਥਿਕਸ ਨੇ ਜਿਹੜੇ ਉਹਨਾਂ ਤੇ ਕੰਪਰੋਮਾਈਜ਼ ਕਰਨ ਦਾ ਆਦੀ ਹੈ ਵਿਅਕਤੀ। ਔਰ ਮੈਨੂੰ ਯਾਦ ਆਉਂਦੀ ਆ ਉਸ ਔਰਤ ਦੀ ਕਹਾਣੀ ਜਿਸ ਨੇ ਦੱਸਿਆ ਕਿ ਜਦੋਂ ਇਹ ਬੰਦਾ ਇਲੈਕਸ਼ਨ 'ਚ ਖੜਾ ਸੀ, ਭੈਣ ਜੀ ਕਹਿੰਦੀ ਮੈਂ ਤਾਂ ਉਦੋਂ ਹੀ ਤੜਫਦੀ ਸੀ ਵੀ ਨਾ ਇਹੋ ਜਿਹੇ ਬੰਦੇ ਸਿਟੀ ਹਾਲ 'ਚ ਨਹੀਂ ਵੜਨੇ ਚਾਹੀਦੇ, ਇਹ ਤਾਂ ਗੰਦ ਪਾ ਦੇਣਗੇ। ਆਈ ਸਟਿਲ ਰਿਮੈਂਬਰ ਉਸ ਔਰਤ ਦੀ ਇਹ ਗੱਲ ਕਹੀ, ਭੈਣ ਜੀ ਕਹਿੰਦੇ ਤੁਹਾਨੂੰ ਨਹੀਂ ਪਤਾ ਇਹ ਵਿਅਕਤੀ ਕਿਸ ਪ੍ਰਕਾਰ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਇਹਨੇ ਸਾਨੂੰ ਕਿੰਨਾ ਖੱਜਲ ਖਰਾਬ ਕੀਤਾ। ਯੂ ਕੈਨ ਨਾਟ ਬਲੀਵ ਇਟ। ਭਰੋਸੇ 'ਚ ਲੈ ਕੇ ਨੇੜੇ ਬੈਠ ਕੇ ਨਾਲ ਲੱਗ ਕੇ ਕਿਸ ਪ੍ਰਕਾਰ ਕਹਿੰਦੇ ਸਾਨੂੰ ਤਬਾਹ ਕੀਤਾ ਇਸ ਬੰਦੇ ਨੇ। ਔਰ ਜਿਹੜਾ ਵਿਅਕਤੀ ਲਾਇਸੈਂਸਡ ਰੀਅਲਟਰ ਹੋਣ ਦੇ ਨਾਤੇ ਇਹ ਕੁਛ ਕਰ ਸਕਦਾ ਔਰ ਉਦੋਂ ਕਹਿੰਦੇ ਸਸਪੈਂਡ ਹੋਇਆ ਸੀ। ਨਾਲ ਉਹਨਾਂ ਨੇ ਇਹ ਵੀ ਕਿਹਾ ਇਹਦਾ ਮਤਲਬ ਆਦਤ ਹੈ, ਆਦਤ ਗਈ ਨਹੀਂ, ਨਾ ਜਾਏਗੀ। ਔਰ ਉਸ ਤੋਂ ਉਪਰੰਤ ਕਿਤਨੀਆਂ ਸਟੋਰੀਆਂ ਨੇ, ਕਿੰਨੀਆਂ ਕਹਾਣੀਆਂ ਨੇ, ਲੋਕਾਂ ਦੀਆਂ ਹੱਡ ਬੀਤੀਆਂ ਨੇ ਜਿਹੜੀਆਂ ਕੈਂਪ ਵਾਰ ਦੇ ਮੁਤਲਕ ਸਾਡੇ ਪਾਸ ਆਈਆਂ ਨੇ। ਲਓ ਜੀ ਇਹ ਤਾਂ ਐਂ ਕਰਦਾ, ਇਹਨੇ ਤਾਂ ਐਂ ਕੀਤਾ, ਸਾਡੇ ਨਾਲ ਨੇ ਐਂ ਕੀਤਾ। ਔਰ ਇਹ ਸੋ ਕਾਲਡ ਰੀਅਲਟਰ, ਇਹਨਾਂ ਨੂੰ ਕਹਿਣਾ ਰੀਅਲ ਅਸਟੇਟ ਦਾ ਪ੍ਰੋਫੈਸ਼ਨ ਹੈ ਜਿਹੜਾ ਉਹਦੀ ਬੇਇੱਜ਼ਤੀ ਕਰਨੀ ਹੈ। ਇਹ ਜਿਹੜੇ ਮੈਂ ਕਹਾਂਗੇ ਦਲਾਲ ਨੇ ਜਿਹੜੇ ਆਪਣੇ ਆਪ ਦੇ ਵਿੱਚ ਕਿਸੇ ਵੀ ਡੀਲ ਨੂੰ ਆਪਣੀ ਮਰਜ਼ੀ ਨਾਲ ਪੇਪਰ ਵਰਕ ਨੂੰ ਘੁਮਾਉਣ ਨੂੰ ਆਪਣੀ ਮਹਾਰਤ ਦੱਸਦੇ ਆ, ਆਪਣੀ ਕੁਆਲੀਫਿਕੇਸ਼ਨ ਦੱਸਦੇ ਆ। ਇਹੋ ਜਿਹਿਆਂ ਨੇ ਕੈਨੇਡਾ ਦੀ ਮਾਰਕੀਟ ਆ ਜਿਹੜੀ ਉਹ ਤਬਾਹ ਕਰਤੀ, ਖਰਾਬ ਕਰਤੀ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖਣ ਦੇ ਲਈ। ਕਿਸੇ ਵੀ ਵਿਅਕਤੀ ਨੂੰ ਨਸ਼ੇ ਅਧੀਨ ਕਰਕੇ ਉਹਨਾਂ ਤੋਂ ਸਾਈਨ ਕਰਾ ਲੈਣੇ ਔਰ ਨਾਲੇ ਕਹਿਣਾ ਉਹ ਹੌਸਲਾ ਜਿਹਾ ਹੋ ਜਾਂਦਾ ਬੰਦੇ ਦਾ ਜਦੋਂ ਤੁਸੀਂ ਉਹਨੂੰ ਪੈਗ ਪਲਾ ਦਿਓ ਨਾ, ਹੌਸਲਾ ਜਿਹਾ ਹੋ ਜਾਂਦਾ, ਸਾਈਨ ਕਰ ਦਿੰਦਾ, ਨਹੀਂ ਡਰਦੇ ਰਹਿੰਦੇ ਆ। ਬੱਲੇ ਇਸੇ ਇੱਕ ਆਧਾਰ ਦੇ ਉੱਤੇ ਰੀਅਲ ਅਸਟੇਟ ਬੋਰਡ ਨੂੰ ਇਹੋ ਜਿਹੇ ਲੋਕਾਂ ਨੂੰ ਪੱਕੇ ਤੌਰ ਦੇ ਉੱਤੇ ਖਾਰਜ ਕਰ ਦੇਣਾ ਚਾਹੀਦਾ ਹੈ, ਪੱਕੇ ਤੌਰ ਦੇ ਉੱਤੇ ਬੈਨ ਕਰ ਦੇਣਾ ਚਾਹੀਦਾ। ਔਰ ਇਹ ਮਾਸ਼ਰੇ ਦੇ ਤੌਰ ਤੇ ਸਾਡਾ ਇਹ ਫਰਜ਼ ਬਣਦਾ ਇਹੋ ਜਿਹੇ ਲੋਕ ਜਿਹੜੇ ਲਾਲਚ ਹਿੱਤ ਕਿਸੇ ਨੂੰ ਵੀ ਬਰਤਨ ਤਬਾਹ ਕਰਨ ਤੇ ਲੁੱਟਣ ਦਾ ਮਨਸੂਬਾ ਰੱਖਦੇ ਹੋਣ, ਇਹੋ ਜਿਹੇ ਲੋਕਾਂ ਨੂੰ ਤੜੀ ਪਾਰ ਕਰਨਾ ਚਾਹੀਦਾ ਹੈ। ਇੱਕ ਅੱਧਾ ਹੋਵੇ ਚਲੋ ਕਿਸੇ ਦੀ ਨਿੱਜੀ ਦੁਸ਼ਮਣੀ ਹੁੰਦੀ ਹੈ, ਹਰ ਕੋਈ ਆ ਕੇ ਇਹੀ ਕਹਾਣੀ ਦੱਸਦਾ। ਇਹਦਾ ਮਤਲਬ ਤੁਸੀਂ ਰੀਅਲ ਅਸਟੇਟ ਦੇ ਲਾਇਸੈਂਸ ਦੀ ਆੜ ਹੇਠਾਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਔਰ ਨਾਲ ਦੀ ਨਾਲ ਇਹ ਵੀ ਗੱਲ ਇੱਕ ਚੀਜ਼ ਦੀ ਹੋਰ ਅਸੀਂ ਕੋਸ਼ਿਸ਼ ਕਰਾਂਗੇ, ਬਲਕਿ ਤੁਹਾਨੂੰ ਪਤਾ ਹੀ ਹੈ ਜਦੋਂ ਇਹੋ ਜਿਹੇ ਕੰਮ ਦੇ ਅਸੀਂ ਮਗਰ ਪੈਂਦੇ ਹਾਂ ਫਿਰ ਹਟਦੇ ਨਹੀਂ।
ਬਹੁਤ ਸਾਰੇ ਲੋਕਾਂ ਨੂੰ ਇਹ ਤਾਂ ਮਗਰ ਹੀ ਪੈ ਜਾਂਦੀਆਂ ਨੇ, ਚੜੇਲਾਂ ਨੇ, ਭੂਤਨੀਆਂ ਨੇ, ਦੈਟਸ ਫਾਈਨ, ਜੋ ਮਰਜ਼ੀ ਤੁਸੀਂ ਕਹੋ, ਪਰ ਜਿੱਥੇ ਗਲਤ ਹੁੰਦਾ ਉਹਦੇ ਮਗਰ ਪੈ ਕੇ ਹੀ ਇਹੋ ਜਿਹੇ ਢੀਠ ਲੋਕਾਂ ਤੋਂ ਕਿਨਾਰਾ ਕਰਾਇਆ ਜਾਂਦਾ, ਅਦਰਵਾਈਜ਼ ਇਹਨਾਂ ਨੂੰ ਤਾਂ ਕੋਈ ਸ਼ਰਮ ਹੈ ਨਹੀਂ। ਕਿ ਸਿਟੀ ਆਫ ਸਰੀ ਦੇ ਸਿਟੀ ਹਾਲ ਦੇ ਵਿੱਚ ਰਿਸ਼ਵਤਖੋਰੀ, ਕਰਪਸ਼ਨ ਦਾ ਕਲਚਰ ਇੰਨਾ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਵਧਿਆ ਹੋਇਆ ਕਿ ਇਸ ਤਰ੍ਹਾਂ ਦੇ ਲੋਕ ਆਪਣੇ ਆਪ ਨੂੰ ਦਲਾਲ ਤੇ ਏਜੰਟ ਬਣਾ ਕੇ ਬੈਠ ਗਏ ਨੇ ਕਿ ਹਾਂ ਤੁਸੀਂ ਇੰਨਾ ਚੜਾਵਾ, ਇੰਨਾ ਸਾਨੂੰ ਪੈਸਾ ਦਿਓ, ਅਸੀਂ ਤੁਹਾਡੇ ਸਾਰੇ ਕੰਮ ਕਰਾ ਦਾਂਗੇ। ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਇਹ ਕਿਹਾ ਜਾਂਦਾ $5000 ਦਿਓ ਤਾਂ ਦਰਖਤ ਰਾਤ ਸੀਗਾ, ਹੁਣ ਹੈ ਨਹੀਂ, ਕਿਸੇ ਨੇ ਪੁੱਛਣਾ ਤੱਕ ਹੈ ਨਹੀਂ। ਕਿਉਂ ਭਾਈ, ਬਾਇਲਾ ਵਾਲੇ ਕਿੱਥੇ ਨੇ? ਲੈ ਕਹਿੰਦੇ ਬਾਇਲਾ ਵਾਲਿਆਂ ਨੂੰ ਆਪਣਾ ਹਿੱਸਾ ਮਿਲਦਾ, ਉਹਨਾਂ ਨੇ ਕੀ ਪੁੱਛਣਾ? ਔਰ ਬਾਇਲਾ ਵਾਲਿਆਂ ਦੀਆਂ ਇਹ ਕਾਰਗੁਜ਼ਾਰੀਆਂ ਨੇ, ਅੱਛਾ ਰੋਜ਼ਾਨਾ ਟਿਕਟ ਲਾਇਆ ਉਹਨਾਂ ਦੇ। ਜਿਹੜਾ ਬੰਦਾ ਨਹੀਂ ਤੁਹਾਡੀ ਮਰਜ਼ੀ ਮੰਨਦਾ, ਸਿਟੀ ਆਫ ਸਰੀ ਦੇ ਬਾਇਲਾ, ਜਿਹੜੀ ਸੋ ਕਾਲਡ ਬਾਇਲਾ ਡਿਪਾਰਟਮੈਂਟ ਆ, ਉਹ ਵੀ ਮੇਅਰ ਦੇਖ ਲਵੇ ਉਹਦੇ ਪ੍ਰਧਾਨ ਕਿਹਨੂੰ ਬਣਾਇਆ ਹੋਇਆ, ਕਿਹਨਾਂ ਦੇ ਕਨੈਕਸ਼ਨ ਕਿੱਥੇ ਨਾਲ ਜੁੜਦੇ ਆ, ਔਰ ਲੋਕਾਂ ਨੂੰ ਬਾਇਲਾ ਦੇ ਅਧਿਕਾਰ ਦੇ ਹੇਠਾਂ ਲੋਕਾਂ ਨੂੰ ਹਰਾਸ ਕਿਵੇਂ ਕੀਤਾ ਜਾਂਦਾ ਹੈ। ਲੋਕਾਂ ਦੀ ਜ਼ਬਾਨ ਬੰਦ ਕਰਨ ਲਈ ਜਾਂ ਆਪਣੀਆਂ ਜਿਹੜੀਆਂ ਦੁਸ਼ਮਣੀਆਂ ਨੇ ਉਹ ਕੱਢਣ ਦੇ ਲਈ ਇਹਨਾਂ ਦੀ ਸੋ ਕਾਲਡ ਬਾਇਲਾ ਜਿਹੜੀ ਅਫਸਰ ਨੇ ਜਾਂ ਅਫਸਰਨੀਆਂ ਨੇ ਉਹ ਕਰਦੀਆਂ ਕੀ ਨੇ? ਜੇ ਬਰੈਂਡਾ ਲੋਕ ਇਹ ਨਹੀਂ ਕਰ ਸਕਦੇ ਫਿਰ ਹੋਰ ਕੀ ਕਰ ਸਕਦੇ ਨੇ? ਫਿਰ ਇਹਦਾ ਮਤਲਬ ਬਰੈਂਡਾ ਲੋਕ ਵੀ ਕੁਰਸੀ ਦੇ ਉੱਤੇ ਆਪਣੇ 6ਵੇਂ ਫਲੋਰ ਦੇ ਉੱਤੇ ਇਹੋ ਜਿਹੇ ਦਲਾਲਾਂ ਕਰਕੇ ਬੈਠੇ ਹੋਏ ਨੇ। ਜਿਹੜੇ ਕਿ ਸ਼ੁਰੂ ਤੋਂ ਇਹ ਦਾਅਵੇ ਕਰਦੇ ਰਹੇ ਨੇ ਕਿ ਹਾਂ ਅਸੀਂ ਡੱਗ ਮੁਕੱਲਮ ਨੂੰ ਹਰਾਉਣਾ ਤੇ ਬਰੈਂਡਾ ਲੋਕ ਨੂੰ ਜਿਤਾਉਣਾ। ਕੀ ਇਹ ਪਹਿਲਾਂ ਸੰਧੀਆਂ ਹੋਈਆਂ ਸੀ ਅਸੀਂ ਤੈਨੂੰ ਜਿਤਾ ਦਾਂਗੇ ਤੇ ਬਾਅਦ ਦੇ ਵਿੱਚ ਅਸੀਂ ਆਪਣੀਆਂ ਚੰਮਦੀਆਂ ਚਲਾਵਾਂਗੇ? ਤਾਂ ਫਿਰ ਇਹ ਸਾਰੇ ਕਸ ਦੇ ਵਿੱਚ ਬਰੈਂਡਾ ਲੋਕ ਵੀ ਬਰਾਬਰ ਦੀ ਹਿੱਸੇਦਾਰ ਹੈ ਕਿ ਸਾਨੂੰ ਇਹੋ ਜਿਹੇ ਮੇਅਰ ਚਾਹੀਦੇ ਨੇ। ਜੇ ਨਹੀਂ ਤਾਂ ਬਰੈਂਡਾ ਲੋਕ ਖਾਸ ਤੌਰ ਦੇ ਉੱਤੇ ਆਪਣੀ ਬਾਇਲਾ ਜਿਹੜਾ ਸੈਕਸ਼ਨ ਆ ਉਸ ਨੂੰ ਚੰਗੀ ਤਰ੍ਹਾਂ ਦੇਖੇ। ਇਹ ਬਾਇਲਾ ਦੇ ਪ੍ਰਧਾਨ ਜਾਂ ਪ੍ਰਧਾਨਣੀਆਂ ਜਿਹੜੀਆਂ ਬਣੀਆਂ ਹੋਈਆਂ ਬੀਬੀਆਂ ਨੇ, ਉਹਨਾਂ ਦਾ ਆਪਣੀ ਕਮਿਊਨਿਟੀ ਦੇ ਨਾਲ ਕੀ ਵਰਤਾਰਾ ਹੈ? ਕਿ ਉਹ ਆਪਣੀਆਂ ਨਿੱਜੀ ਦੁਸ਼ਮਣੀਆਂ ਕੱਢ ਰਹੀਆਂ ਨੇ? ਜੇ ਨਹੀਂ ਤਾਂ ਬਰੈਂਡਾ ਲੋਕ ਮੇਰੇ ਨਾਲ ਸੰਪਰਕ ਪੈਦਾ ਕਰ ਲਵੇ, ਮੈਂ ਦੱਸ ਦਵਾਂਗੀ ਕਿਹੜੇ ਆਪਣੇ ਚਧਰਾਈਪਣਾ ਚਲਾਉਂਦੇ ਨੇ। वापस आते हैं जी कुछ व्यापारिक संदेशों के बाद। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਮੀਟ ਦੀ ਵੈਰਾਈਟੀ ਹੋ ਸਕਦੀ ਹੈ ਪਰ ਇੱਕ ਹੀ ਥਾਂ ਤੇ ਜਾਣਾ, ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਚਾਹੋ 18 ਲੋਕੇਸ਼ਨਸ ਦੇ ਵਿੱਚ ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ।
ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 6045725553। ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 152 A ਸਟਰੀਟ, ਸਰੀ। For all criminal charges, call Gagan Nahal 604 527 4769. ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਸਿਟੀ ਆਫ ਸਰੀ ਦੇ ਸਿਟੀ ਹਾਲ ਦੇ ਵਿੱਚ ਕਹਿੰਦੇ ਰਾਹਦਾਰੀ ਖੁੱਲੀ ਹੈ, ਪਰ ਸਾਹਮਣੇ ਕਹਿੰਦੇ ਖੋਖਾ ਖੁੱਲਿਆ, ਖੋਖਾ ਖੋਲਿਆ ਕਹਿੰਦੇ ਰਾਹਦਾਰੀ ਦਾ ਕੈਂਪ ਬਾਹਰ ਨੇ। ਔਰ ਕੈਂਪ ਬਾਹਰ ਆਪ ਸਭ ਨੂੰ ਪਤਾ ਹੀ ਹੈ, ਸਸਪੈਂਡਡ ਰਿਐਲਟਰ। ਔਰ ਉਹਦੇ ਤੇ ਪੂਰਾ ਵੀਕਐਂਡ ਅਸੀਂ ਪੂਰੀ ਤਫਤੀਸ਼ ਕਰਨੀ ਹੈ, ਕਿਹਨੇ ਕਦੋਂ ਕਿਸ ਪ੍ਰਕਾਰ ਕਿਹੜੀ ਕੀ ਕਹਿੰਦੇ ਨੇ ਦਲਾਲੀ ਦੀ ਡੀਲ ਹੋਈ ਹੈ, ਉਹਦੇ ਬਾਰੇ ਪਤਾ ਕਰਾਂਗੇ। ਯਾਦ ਰਹੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਆਦਤ ਨਹੀਂ ਜਾਂਦੀ। ਇੱਕ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਆਦਤ ਹੈ ਕਿ ਸਾਨੂੰ ਇਹ ਆਦਤ ਹੁਣ ਛੱਡ ਦੇਣੀ ਚਾਹੀਦੀ ਹੈ। ਕਈ ਵਾਰੀ ਇਨਸਾਨ ਜ਼ਿੰਦਗੀ ਭਰ ਦੀਆਂ ਕਮਾਈਆਂ ਜਿਹੜੀਆਂ ਨੇ ਇਕੱਠੀਆਂ ਕਰਦਾ ਰਹਿੰਦਾ ਹੈ, ਔਰ ਇਹੋ ਜਿਹੇ ਚੋਰ ਜਿਹੜੇ ਆਉਂਦੇ ਆ ਉਹ ਰਾਤੋਂ ਰਾਤ ਠੱਗੀ ਲਾ ਕੇ ਤੁਰਦੇ ਬਣਦੇ ਆ। ਉਦਾਹਰਨਾਂ ਅਸੀਂ ਕਈ ਸਾਂਝੀਆਂ ਕਰ ਚੁੱਕੇ ਹਾਂ ਤੁਹਾਡੇ ਨਾਲ ਕੈਂਪ ਬਾਰ ਦੇ ਮਤਲਬ ਖਾਸ ਤੌਰ ਦੇ ਉੱਤੇ ਕਿ 80 ਸਾਲਾਂ ਦੇ ਬਜ਼ੁਰਗ ਦਾ ਕਿਸ ਪ੍ਰਕਾਰ ਜਿਹੜਾ ਘਰ ਆ ਉਹ ਅੰਡਰ ਪ੍ਰਾਈਸ ਵੇਚ ਕੇ 3 ਵਾਰੀ ਆਪਣੀ ਮਲਕੀਅਤ ਕਾਇਮ ਰੱਖੀ ਹੈ। ਔਰ ਇਹ ਦਲਾਲੀ, ਗਲਤ ਦਲਾਲੀ ਕਰਨ ਵਾਲਿਆਂ ਦੀ ਪਹਿਲੀ ਤੇ ਆਖਰੀ ਪਛਾਣ ਹੁੰਦੀ ਹੈ। ਔਰ ਇਸ ਗੱਲ ਦੇ ਉੱਤੇ ਤਫਤੀਸ਼ ਕਰਨੀ ਬਣਦੀ ਯਾਰ ਹੋਣੀ ਚਾਹੀਦੀ ਆ। ਇਹਦੇ ਨਾਲ ਇਹ ਵੀ ਪਤਾ ਲੱਗੇਗਾ ਕਿ ਸਿਟੀ ਆਫ ਸਰੀ ਸਿਟੀ ਹਾਲ ਦੀ ਕਾਰਗੁਜ਼ਾਰੀ ਦੇ ਵਿੱਚ ਕਿਹੜੇ ਖੇਤਰ ਦੇ ਵਿੱਚ ਕਿਸ ਤਰੀਕੇ ਨਾਲ ਕਰਪਸ਼ਨ ਹੁੰਦੀ ਆ, ਔਰ ਲੋਕਾਂ ਨੇ ਠੀਕ ਉਸੇ ਤਰੀਕੇ ਨਾਲ ਆਪਣੇ ਆਪ ਨੂੰ ਛੇਤੀ ਤੇਜ਼ ਰਫ਼ਤਾਰ ਦੇ ਵਿੱਚ ਅਮੀਰ ਬਣਾਉਣ ਦੀ ਪ੍ਰਕਿਰਿਆ ਜਿਹੜੀ ਕਿਵੇਂ ਚਲਾ ਦਿੱਤੀ ਹੈ। ਇਹ ਕਿਹੜੇ ਪਾਸੇ ਦੀਆਂ ਪਾਈਪਸ ਨੇ ਜਾਂ ਟਨਲਸ ਉੱਥੇ ਜਾਰੀ ਹੋਈਆਂ ਨੇ, ਜਿਨ੍ਹਾਂ ਦੀ ਰਾਹਦਾਰੀ ਖਾਸ ਤੌਰ ਦੇ ਉੱਤੇ ਇਹੋ ਜਿਹੇ ਲੋਕਾਂ ਪਾਸ ਹੈ। ਔਰ ਉਸ ਟਨਲ ਦੇ ਵਿੱਚ ਕਿਹੜੇ ਠਹਿਰਾਅ ਦੇ ਉੱਤੇ ਕਿਹੜੇ ਸਟੇਸ਼ਨ ਲਾਏ ਹੋਏ ਹੈ, ਔਰ ਉੱਥੋਂ ਉਹਨਾਂ ਦੇ ਕੀ ਮਫਾਦ ਨੇ। ਇਹ ਚੱਲ ਰਿਹਾ ਟਨਲ ਹੈ ਜਿਹੜਾ ਪੈਸਿਆਂ ਵਾਲਾ, ਕਿਹਦੇ ਹਿੱਸੇ ਕਿੰਨੀ ਪੱਤੇ ਜਾਂਦੀ ਹੈ, ਕਿਹੜੇ ਪਾਸੇ ਨੂੰ ਕਿਹੜੀ ਪਾ ਜਾਂਦਾ ਹੈ, ਔਰ ਕਿੱਥੇ ਤੱਕ ਕੀ ਪਹੁੰਚਦਾ ਹੈ। ਅਰੇ ਸਿਟੀ ਆਫ ਸਰੀ ਦੇ ਵਿੱਚ ਹੀ ਕਿਉਂ ਹੈ? ਇਲੈਕਸ਼ਨ ਤਾਂ ਵੈਨਕੂਵਰ ਦੇ ਸਿਟੀ ਹਾਲ ਦੀ ਵੀ MP ਨੇ ਲੜੀ ਸੀ, ਉੱਥੇ ਨਹੀਂ ਇਹ ਕੁਛ ਹੋਇਆ।
ਸਿਟੀ ਆਫ ਸਰੀ ਦੇ ਵਿੱਚ MP, ਸਾਬਕਾ MP, MLA, ਮਿਨਿਸਟਰ ਸਾਰਿਆਂ ਨੇ ਛਾਲਾਂ ਕਿਉਂ ਮਾਰੀਆਂ? ਔਰ ਸਭ ਤੋਂ ਵੱਡੇ ਲੋਕ ਹਿੱਤ ਦੀਆਂ ਨੀਤੀਆਂ ਦੀ ਪਾਲਣਾ ਕਰਨ ਵਾਲਾ ਤੇ ਧਾਰਨੀ ਮੇਅਰ ਨੂੰ ਹਰ ਹਾਲਤ ਦੇ ਵਿੱਚ ਕੱਢ ਕੇ ਇਸ ਤਰ੍ਹਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਰੇ ਪਾਸਿਆਂ ਤੋਂ ਇਕੱਠੇ ਹੋ ਕੇ ਇਹ ਕਿਉਂ ਲਾਗੂ ਕੀਤੀ ਗਈ? ਔਰ ਇਸ ਦੇ ਵਿੱਚ ਕਿਹੜੀਆਂ ਪੋਲੀਟੀਕਲ ਪਾਰਟੀਆਂ ਔਰ ਕਿਹੜੀਆਂ ਕਾਰਪੋਰੇਸ਼ਨਾਂ ਦਾ ਵੱਡਾ ਹੱਥ ਹੈ? ਇਹ ਸਾਡੇ ਸੋ ਕਾਲਡ MLA, MPs ਜਾਂ ਹੋਰ ਇੱਕੀ ਦੁੱਕੀ ਤਿੱਕੀ ਸਾਰੇ ਕਿਹਦੇ ਹੱਥ ਦੇ ਵਿੱਚ ਕਿਸ ਪ੍ਰਕਾਰ ਖੇਡੇ ਔਰ ਹੁਣ ਖੇਡ ਰਹੇ ਹੈ? ਕੈਂਪਵਾਰ ਦਾ ਦਾਵਾ ਜਿਹੜਾ ਆਸ਼ਾਨਾ ਨੇ ਕਈ ਵਾਰੀ ਜ਼ਿਕਰ ਕੀਤਾ ਲੱਖ ਵੋਟਾਂ ਦਾ, ਮੈਂ ਵੀ ਤੇ ਸੁਣਿਆ ਤੇ ਦੇਖਿਆ ਸੀ, ਪਰ ਖੈਰ ਗੱਪ ਮਾਰਨ ਦੇ ਵਿੱਚ ਕੀ ਨੁਕਸਾਨ ਆ? ਮੈਂ ਤਾਂ ਉਦੋਂ ਵੀ ਇਹੀ ਸੋਚਿਆ ਸੀ ਤੇ ਹੁਣ ਵੀ, ਕਿਉਂਕਿ ਕਹਿਣਾ ਆਸਾਨ ਹੁੰਦਾ ਲੱਖ। ਇਹੋ ਜਿਹੇ ਬੰਦੇ ਨੂੰ ਕਹਿ ਸੜਕ ਦੇ ਕਿਨਾਰੇ ਖੜਾ ਹੋ ਕੇ 10,000 ਠੀਕਰੀ ਇਕੱਠੀ ਕਰ ਲੈ, ਪਤਾ ਲੱਗ ਜੂ ਸ਼ਾਮ ਤੱਕ ਜੇ ਕਮਰ ਨਾ ਜਾਵੇ ਟੁੱਟ। ਲੱਖ ਵੋਟ ਇਕੱਠੀ ਕਰਨੀ ਕੋਈ ਖਾਲਾ ਜੀ ਦਾ ਬੜਾ ਨਹੀਂ ਹੁੰਦਾ, ਪਰ ਇਹ ਹਾਂ ਸੌਦਾ ਦੂਸਰੇ ਨੂੰ ਵੇਚਣ ਲਈ, ਪ੍ਰਭਾਵ ਕਰਨ ਲਈ ਜਾਂ ਕੁਝ ਕੁ ਕਿਸੇ ਦੇ ਖੇਪੇ ਦੇ ਵਿੱਚੋਂ ਤੋੜਨ ਦੇ ਲਈ ਬਿਲਕੁਲ ਕੰਮ ਆ ਸਕਦਾ। ਇਹ ਇਸ ਤਰ੍ਹਾਂ ਦੇ ਜਿਹੜੇ ਦਲਾਲ ਨੇ, ਛਾਤਰ ਦਲਾਲ ਨੇ, ਉਹ ਖੇਡ ਖੇਲਦੇ ਆ। ਸਰੀ ਦੇ ਨਿਵਾਸੀਆਂ ਨੂੰ ਆਪਣਾ ਨਿੱਜੀ ਥੋੜਾ ਜਿਹੜਾ ਮੁਨਾਫਾ ਹੈ ਮਤਲਬ ਪੂਰਾ ਕਰਨ ਲਈ ਇਹੋ ਜਿਹੇ ਲੋਕਾਂ ਨੂੰ ਖੁਰਾਕ ਪਾਉਣ ਦੀ ਆਦਤ ਨੂੰ ਬਦਲਣਾ ਜ਼ਰੂਰੀ ਹੈ। ਆ ਜਿਹੜਾ ਨਵਾਂ ਥਰਡ ਪਾਰਟੀ ਨਾ ਸਰਵਿਸ ਪ੍ਰੋਵਾਈਡਰ ਦੇ ਤੌਰ ਤੇ ਨਵੀਆਂ ਦੁਕਾਨਾਂ ਖੁੱਲੀਆਂ ਨੇ, ਉਹਨਾਂ ਬਾਰੇ ਸੋਚ ਲਓ। ਫੈਡਰਲ ਸਰਕਾਰ ਤੱਕ ਕੈਨੇਡਾ ਦੀ ਸਰਕਾਰ ਦਾ ਭੱਠਾ ਬਿਠਾ ਦਿੱਤਾ ਇਹਨਾਂ ਨੇ, ਸਰਕਾਰੀ ਖਜ਼ਾਨਾ ਤਬਾਹ ਕਰ ਦਿੱਤਾ। ਥਰਡ ਪਾਰਟੀ ਸਰਵਿਸਿਜ਼ ਨੇ ਸਾਡੀ ਸੂਬਾ ਸਰਕਾਰ ਦੇ ਕਿੰਨੇ ਮੰਤਰਾਲੇ ਨੇ ਜਿਨ੍ਹਾਂ ਦਾ ਬੇੜਾ ਗਰਕ ਕਰ ਦਿੱਤਾ, ਥਰਡ ਪਾਰਟੀ ਸਰਵਿਸ ਪ੍ਰੋਵਾਈਡਰਸ ਨੇ। ਫਿਰ ਸਿਟੀ ਆਫ ਸਰੀ ਨੂੰ ਇਹ ਕਿੰਨਾ ਕੁ ਛੱਡਣਗੇ? ਛੱਡ ਸਕਦੇ ਹੀ ਨਹੀਂ, ਜੋਕਾਂ ਨੇ, ਖੂਨ ਚੂਸਦੀਆਂ ਨੇ। ਸਰੀ ਦੇ ਨਿਵਾਸੀਆਂ ਨੂੰ ਇਸ ਦੇ ਪ੍ਰਤੀ ਚਤੰਨ ਹੋਣ ਦੀ ਜ਼ਰੂਰਤ ਹੈ, ਲਾਮਬੰਦ ਹੋਣ ਦੀ ਜ਼ਰੂਰਤ ਹੈ ਔਰ ਕੈਂਪਵਾਰ ਵਰਗੇ ਲੋਕਾਂ ਨੂੰ ਪਛਾਣਨ ਦੀ, ਨਕਾਰਨ ਦੀ ਜ਼ਰੂਰਤ ਹੈ। ਜਿਹੜਾ ਬੰਦਾ ਆਪਣਿਆਂ ਦਾ ਸਕਾ ਨਹੀਂ, ਉਹ ਕਿਸੇ ਦਾ ਸਕਾ ਨਹੀਂ। ਇਹ ਨੋਨ ਫੈਕਟ ਹੈ। ਔਰ ਇਹ ਪਿਛਲੇ 10-15 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਅਮੀਰ ਕਰਨ ਵਾਲੇ, ਆਪਣੇ ਆਪ ਨੂੰ ਅਮੀਰ ਦੇਖਣ ਵਾਲੇ, ਦਿਖਾਉਣ ਵਾਲੇ ਜਿਹੜੇ ਇਹ ਸਾਰੇ ਦਾ ਸਾਰਾ ਲਾਣਾ ਇਕੱਠਾ ਹੋਇਆ, ਇਹਨਾਂ ਦੇ ਕੋਡ ਆਫ ਕੰਡਕਟ ਤੇ ਐਥਿਕਸ ਨੂੰ ਕੰਪਰੋਮਾਈਜ਼ ਕਰਨ ਦੀ ਕੈਪੈਸਿਟੀ ਜਿਹੜੀ ਆ ਉਹ ਵੱਡੀ ਹੈ, ਉਹ ਵੱਡੀ ਹੈ, ਕਿਉਂਕਿ ਪੈਸਾ ਪ੍ਰਧਾਨ ਹੈ। ਕਿਸੇ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਇਹ ਜਿਹੜੇ ਨਵੀਂ ਪਨੀਰੀ ਹੈ ਤਾਂ ਕਹਿੰਦੇ ਪੈਸਿਆਂ ਲਈ ਆਪਣੇ ਮਾਂ-ਬਾਪ ਨੂੰ ਵੇਚ ਜਾਣ। ਕੁਲਜੀਤ ਕੌਰ ਤੂੰ ਕੀ ਜਾਣੇ? ਕੈਨੇਡਾ ਵਰਗੇ ਮੁਲਕ ਦੇ ਵਿੱਚ ਅਸੀਂ ਇਸ ਚੀਜ਼ ਦੀ ਬਿਹਤਰੀ ਕਰਕੇ ਆਏ ਸੀ, ਪਰ ਇਟਸ ਸੈਡ, ਅਫਸੋਸ ਹੋ ਲਿਆ। ਹੁਣ ਤਾਂ ਲਾਮਬੰਦ ਹੋ ਕੇ ਇਹੋ ਜਿਹੇ ਲੋਕਾਂ ਨੂੰ ਛਿਛਕੇਰਨ ਦੀ ਲੋੜ ਹੈ। ਦੇਖਣਾ ਇਹ ਹੈ ਮੈਂ ਕਿ ਇਹਨਾਂ ਗਲਤ ਲੋਕਾਂ ਨੂੰ ਸਿਟੀ ਹਾਲ ਦੇ ਵਿੱਚੋਂ ਛਿਛਕੇਰਨ ਦਾ ਕੰਮ ਸਿਟੀ ਦੀ ਮੇਅਰ ਬ੍ਰੈਂਡਾ ਲੌਕ ਕਰਦੀ ਹੈ ਜਾਂ ਕਿਸੇ ਹੋਰ ਨੂੰ ਕਰਨਾ ਪਏਗਾ। ਬਾਇਲਾ ਅਫਸਰਸ ਕੀ ਕੁਛ ਕਰ ਰਹੇ ਨੇ? ਪੈਸੇ ਜੇਬ ਦੇ ਵਿੱਚ ਕੈਸ਼ ਪਾ ਕੇ ਕਹਿੰਦੇ ਕੋਈ ਗੱਲ ਨਹੀਂ, ਦਰਖਤ ਕੱਢ ਦੋ, ਆਲੇ ਦੁਆਲੇ 4 ਲੱਕੜਾਂ ਤੇ ਲਾਲ ਜਿਹਾ ਫੱਟਾ ਚੱਕ ਦਿਆਂਗੇ, ਪੇਪਰਾਂ 'ਚੋਂ ਵੀ ਕੱਢ ਦਿਆਂਗੇ, ਫਿਕਰ ਕਰਨ ਦੀ ਜ਼ਰੂਰਤ ਨਹੀਂ। ਕਿਸੇ ਨੇ ਰੈਸਟੋਰੈਂਟ ਦੀ ਰਸੋਈ ਪਾਸ ਕਰਾਉਣੀ ਆ, ਪਕੜਾਓ ਕੈਸ਼ ਜੀ, ਚੱਲੋ ਜੀ। ਇਹਦਾ ਮਤਲਬ ਸਿਸਟਮੈਟਿਕਲੀ ਸਮਥਿੰਗ ਇਜ਼ ਰੋਂਗ। ਔਰ ਇਹ ਟਨਲਸ ਬਣਾ ਚੁੱਕੇ ਨੇ, ਬਣ ਚੁੱਕੀਆਂ ਨੇ, ਔਰ ਉਹਨਾਂ ਦਾ ਗਲਤ ਤਰੀਕੇ ਨਾਲ ਫਾਇਦਾ ਜਿਹੜਾ ਚੰਗੀ ਤਰ੍ਹਾਂ ਉਠਾਇਆ ਜਾ ਰਿਹਾ। ਯਾਦ ਰਹੇ, ਇਹਦੇ ਨਾਲ ਸਿਸਟਮ ਫੇਲਰ ਹੁੰਦਾ ਹੈ, सिस्टम फेलर होता है। बिल्कुल दीदी, सिस्टम फेल भी हो रहा है और बहुत सारे लोग इस बारे में बात कर रहे हैं कि कुछ बैड एलिमेंट्स जो है वो हमारे सिटी हॉल में कब्जा कर बैठे हुए हैं और हमारे सिटी हॉल के कहते हैं कि सीधा एंट्रेंस, सीधा डायरेक्शन, सीधा कनेक्शन मेयर के ऑफिस तक है और ये जो बैड एप्पल्स है इनकी पर्दाफाश करना ज़रूरी है, लोगों तक बताना ज़रूरी है। आजकल लोग कहते हैं कि हम
सिटी हॉल पे जाते हैं अपने काम कराने के लिए, सीधा साधा काम नहीं होता क्योंकि टाइम है, कहते हैं वेटिंग लिस्ट है, ये है वो है। और कुछ ऐसे बेड एप्पल सरी सिटी हॉल में घुसे हुए हैं जिनको जी पैसे दे दो तो हर काम फटाफट हो जाता है। ये काम आजकल सरी सिटी हॉल में हो रहा है और लोग आकर जब बताते हैं हमसे, हम हैरान हो जाते हैं कि वाकई अपने शहर में भी ऐसा काम होने लगा है। और जब हम ओवरऑल पिक्चर देखते हैं 222 म्युनिसिपल इलेक्शन की सरी की, तो हम देख रहे हैं कि सरी से बाहर के लोगों का जो इंटरफियरेंस है हमारे सिटी हॉल में, हमारे सिटी के इंटरेस्ट में, वो बहुत ज़्यादा है। अब जिस तरह से हमारे न्यूटन के एमपी ने हमें खुद बताया था कि मैं तो जी कैंडिडेट हूँ, मेरा जो कैंपेन स्लेट है जो सारा रन किया जाता है वो गोरे है जी डाउनटाउन वैंकूवर से। अब ये सवाल भी उठता है कि डाउनटाउन वैंकूवर के गोरों का क्या इंटरेस्ट है सिटी ऑफ सरी के बिजनेस में, सिटी ऑफ सरी के राजनीति में क्या इंटरेस्ट है। मैं अंडरस्टैंड कर सकती हूँ प्रोविंशियल अगर आप लोग इंटरेस्ट लेते हो, फेडरली इंटरेस्ट लेते हो, बनता है, लेकिन सिटी ऑफ सरी में ये डाउनटाउन के गोरे का क्या इंटरेस्ट है जो सुख के आगे पीछे घूमने वाले हैं, या सुख उनके आगे पीछे घूम रहा है, या तो वो सुख को यूज़ करके सिटी के पॉलिटिक्स चेंज करना चाहते थे या सुख उनको यूज़ करके सिटी के पॉलिटिक्स चेंज करना चाहते थे। सो देयर इज़ अ लॉट ऑफ क्वेश्चंस कमिंग अप। बहुत सारी इन्फॉर्मेशन हमारे साथ पास पहुँचे कि किस तरह से लोग आउटसाइडर्स जो है वो इन्फिल्ट्रेट कर रहे हैं सरी के सिटी हॉल में, किस तरह से सिटी के हॉल के जो कारगुजारी है उसको वो लोग उसमें इंटरफियर कर रहे हैं। सवाल ये पैदा होता है कि क्या ब्रेंडा लॉक को पता है। मैं ये कहूँगी कि ब्रेंडा लॉक शायद इस बारे में शी डजंट इवन हैव अ क्लू अबाउट इट, क्योंकि ब्रेंडा लॉक की जो एक्सपीरियंस है मुझे पता है डायना वट्स और लिंडा हैपना के दिनों के दरमियान व्हेन दे वर द मेयर्स, और उस वक्त ब्रेंडा लॉक काफ़ी चीज़ें अपोज करती थी। तो आज जब ब्रेंडा लॉक उस चेयर पर बैठी है तो हाउ कैन शी लेट दिस काइंड ऑफ करप्शन एंटर सिटी ऑफ सरी। तो ये सारी बातें जब हम देखते हैं तो देयर इज़ अ लॉट ऑफ क्वेश्चंस जो हम लोगों को सॉल्व करना पड़ेगा। अब दागी रियल्टर रहता है डेल्टा में, डेल्टा का उसका एड्रेस है 7441 116 स्ट्रीट, और हमारे शहर में आकर इलेक्शन लड़ रहा है और फिर दावा कर रहा है लोगों से कि मेरा सीधा कनेक्शन है जी 6th फ्लोर पर। उत्थे मैं लंच करता, डिनर करता, लंच करता, ये करता, वो करता, पता नहीं की करता। सो आई डोंट अंडरस्टैंड कि ये दागी रियल्टर, सस्पेंडेड रियल्टर इस तरह की बातें क्यों फैला रहा है सिटी ऑफ सरी में। क्या वो जिस तरह से दीदी ने कहा कि किरे दुकान सी खोखा, चादा खोखा खोल के स्टॉल। हाँ जी, चादे खोखा खोल के बैठा हुआ है, और ये जो आगे बात बढ़ाना, पीछे मैसेज लाना, ये करना, एक मिडल मैन मैसेंजर बन के बैठा हुआ, उसको क्या कहते हैं पंजाबी लैंग्वेज में दलाली कहते हैं, वो काम कर रहे हैं। तो फिर इसकी छानबीन होना बहुत ज़रूरी है। दागी रियल्टर शुड नॉट इंटरफियर इन आवर सिटी ऑफ सरी। उनके अपने डेल्टा है, उनके घर का, उनके कुछ लोगों का कोई काम है, जाकर डेल्टा में करो, पूछो जाकर। देखो सिटी हॉल के एलिवेटर में डेल्टा में तुम्हें सीधा मेयर के ऑफिस भेजते कि नहीं भेजते, फिर तो पता चल जाएगा ना कि आप में कितना दम है। लाख वोटर्स आपके साथ खड़े हुए, आपको तो किसी चीज की फिक्र नहीं होनी चाहिए। आप तो मुल्क का प्राइम मिनिस्टर बन सकते हो लाख वोट्स लेकर, और तो किसी चीज के काम ही नहीं है। लाख वोट है, मुल्क का प्राइम मिनिस्टर दागी रियल्टर, सस्पेंडेड रियल्टर बन सकता है, फिर बात किस चीज की है। अगर आप में इतना ही दम है तो मुल्क का प्राइम मिनिस्टर बन जाओ, लाख वोटर्स तो आपके पीछे पीछे घूम रहे। खैर ये बातें थे कैंप वार दागी रियल्टर, सस्पेंडेड रियल्टर जो पिक्स के बोर्ड ऑफ डायरेक्टर भी है, उसकी बात हो रही थी। और इसके साथ साथ जो लोग इंटरफियर कर रहे, चाहे वो बिल्डर्स टोरंटो के हैं, वैंकूवर के हैं, बर्नबी के हैं, जगह जगह से हमारे शहर उनको एकदम से नजर आ गया। ऐसा लग रहा कोई ऐसा चश्मा बन गया है, कोई ऐसा चश्मा बन गया है कि उससे पता चलता है कि सरी के ये हिस्से में जी सोना उगते हैं। अगर यहाँ पर बिल्डिंग करेंगे तो हमें इतना लाख बन जाएगा, करोड़ बन जाएगा, हम तो जी रातों रात मिलेनियर बिलेनियर बन गए। ये सब सपने देखकर दूर दूर शहरों से लोग हमारे शहर में इंटरफियर करने लगे हैं। पहले नहीं देखा जाता था कि सरी में जी वैंकूवर का कोई बिल्डर आकर बिल्डिंग बना रहा है, टोरंटो से कोई आ गया, जी बर्नबी से कोई बिल्डर आ गया हमारे शहर में आकर बिल्डिंग बना रहा, ये नहीं देखा जाता था, लेकिन आजकल देखा जाता है। सो इसलिए बी अलर्ट, सरी में क्या हो रहा क्या नहीं हो रहा उस पर नज़र रखो। आप तक
और भी इंफॉर्मेशन हम पहुंचाते रहेंगे। आज तो शुरुआत थी, ऑलरेडी मुझे मैसेजेस आने शुरू हो गए, जी फलाना था ते बायलो ऑफिसर ने ये किया, फलाना था ते वो किया। वो सारी लेकर आप सभी की खिदमत में हाजिर होते रहेंगे। सुनते रहिए www.mwlive.ca। याद रखो, मेरा ब्रेंडा लॉक से कभी भी मुलाकात हो तो ये जो दागी रियल्टर, सस्पेंडेड रियल्टर और जो भी आउटसाइडर्स हमारे शहर में घुसने की कोशिश कर रहे हैं, उनके बारे में बात ज़रूर कीजिए। हमें दीजिएगा इजाज़त। अंटिल नेक्स्ट टाइम, गुड बाय, बी सेफ। ਚੰਦ ਤੇ ਪਲਾਟ ਵੇਚਣ ਵਾਲੇ ਦਲਾਲ ਕੈਂਪ ਬਾਰ ਵਰਗਿਆਂ ਤੋਂ ਸਾਵਧਾਨ। ਸਿਟੀ ਆਫ ਸਰੀ ਦੇ ਵਸਨੀਕਾਂ ਨੂੰ ਸੁਨੇਹਾ। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।